ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਵਿੱਚ ਬਾਬਾ ਕਲਾਧਾਰੀ ਜੀ 10ਵੇਂ ਪਾਤਸ਼ਾਹ ਜੀ ਦੇ ਵਕਤ ਹੋਏ ਹਨ। ਇੱਕ ਵਾਰ ਉਹਨਾਂ ਦੀ ਬੰਸ ਖੜ ਗਈ। ਉਹਨਾਂ ਨੇ ਬੜੇ ਬੜੇ ਉਪਚਾਰ ਕੀਤੇ, ਪਰ ਉਹਨਾਂ ਦੇ ਘਰ ਔਲਾਦ ਨਾ ਹੋਈ। ਅਖੀਰ ਬਾਬਾ ਕਲਾਧਾਰੀ ਜੀ 10ਵੇਂ ਪਾਤਸ਼ਾਹ ਜੀ ਦੇ ਪਾਸ ਆਏ। ਉਸ ਵਕਤ ਸਤਿਗੁਰੂ ਸਾਹਿਬ ਜੀ ਬਿਪੌਰ ਸਾਹਿਬ ਵਾਲੇ ਥਾਂ ਬੈਠੇ ਸਨ, ਜਿੱਥੇ ਮਹਾਰਾਜ ਜੀ ਨੇ ਸ਼੍ਰੀ ਚੌਪਈ ਸਾਹਿਬ ਦਾ ਪਾਠ ਉਚਾਰਿਆ ਸੀ। ਸਤਿਗੁਰਾਂ ਨੇ ਬਾਬਾ ਕਲਾਧਾਰੀ ਜੀ ਦਾ ਬੜਾ ਸਤਿਕਾਰ ਕੀਤਾ ਤੇ ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਵਿੱਚ ਕਮਲ ਦੀ ਨਿਆਈ ਤੁਹਾਡਾ ਜਨਮ ਹੋਇਆ ਹੈ। ਸਤਿਗੁਰਾਂ ਦੇ ਬਚਨ ਸੁਣ ਕੇ ਬਾਬਾ ਕਲਾਧਾਰੀ ਜੀ ਨੇ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਬੇਦੀ ਕੁੱਲ ਖੜ ਗਈ ਹੈ, ਪੋਤਰਾ ਨਹੀਂ ਹੋ ਰਿਹਾ। ਸਤਿਗੁਰਾਂ ਨੇ ਕਿਹਾ ਕਿ ਤੁਹਾਡੀ ਕੁੱਲ ਵਿੱਚ ਕਿਸੇ ਨੇ ਵੀ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ। ਅੱਗੋਂ ਕਲਾਧਾਰੀ ਜੀ ਨੇ ਕਿਹਾ, ਹਾਂਜੀ ਇਹ ਤਾਂ ਹੈ। ਤਾਂ ਸਤਿਗੁਰਾਂ ਨੇ ਕਿਹਾ, ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ ਹੈ, ਤੇਹਣਾ ਨੇ ਵੀ ਅੰਮ੍ਰਿਤ ਛਕ ਲਿਆ ਹੈ, ਤੇ ਸੋਢੀਆਂ ਵਿੱਚੋਂ ਵੀ ਕਈਆਂ ਨੇ ਅੰਮ੍ਰਿਤ ਛਕ ਲਿਆ ਹੈ, ਤੇ ਤੁਸੀਂ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ। ਸਤਿਗੁਰਾਂ ਨੇ ਕਿਹਾ, ਅੰਮ੍ਰਿਤ ਛਕੋ। ਜੇ ਅੰਮ੍ਰਿਤ ਛਕੋਗੇ ਤਾਂ ਅੱਗੇ ਬੇਦੀ ਕੁੱਲ ਚੱਲੇਗੀ। ਸਤਿਗੁਰਾਂ ਦੇ ਬਚਨ ਸੁਣ ਕੇ ਬਾਬਾ ਕਲਾਧਾਰੀ ਜੀ ਨੇ ਕਿਹਾ ਕਿ ਮੈਂ ਤਾਂ ਬਿਰਧ ਹੋ ਗਿਆ ਹਾਂ, ਕਿਰਪਾ ਕਰੋ। ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ, ਪੁੱਤਰ ਨੂੰ ਅੰਮ੍ਰਿਤ ਛਕਾਓ। ਫਿਰ ਬਾਬਾ ਕਲਾਧਾਰੀ ਜੀ ਦੇ ਪੁੱਤਰ ਭਾਈ ਅਜੀਤ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਭਾਈ ਅਜੀਤ ਸਿੰਘ ਜੀ ਨੂੰ ਕਿਹਾ ਕਿ ਤੇਰੇ ਘਰ ਪੁੱਤਰ ਹੋਵੇਗਾ, ਉਸ ਦਾ ਨਾਮ ਬਾਬਾ ਸਾਹਿਬ ਸਿੰਘ ਹੋਵੇਗਾ ਤੇ ਉਹ ਬੜੇ ਬਲ ਵਾਲਾ ਹੋਵੇਗਾ, ਬੜੀ ਸੇਵਾ ਕਰੇਗਾ, ਪਰਉਪਕਾਰ ਕਰੇਗਾ ਤੇ ਕਾਠ ਦੀਆਂ ਤੋਪਾਂ ਚਲਾਏਗਾ। ਫਿਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸ੍ਰੀ ਹਜੂਰ ਸਾਹਿਬ ਚਲੇ ਗਏ ਤੇ ਜੋਤੀ ਜੋਤ ਸਮਾ ਗਏ, ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਬਾਬਾ ਸਾਹਿਬ ਸਿੰਘ ਜੀ ਦਾ ਅਵਤਾਰ ਹੋਇਆ, ਜਿਨ੍ਹਾਂ ਨੇ ਵੱਡੇ ਹੋ ਕੇ ਅੰਮ੍ਰਿਤ ਛਕਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਿਗੁਰਾਂ ਦੀ ਕੁੱਲ ਜਾਣ ਕੇ ਬੇਦੀ ਕੁੱਲ ਦੇ ਸਾਹਿਬਜ਼ਾਦੇ, ਤੇਹਣ ਕੁੱਲ ਦੇ ਸਾਹਿਬਜ਼ਾਦੇ, ਭੱਲੇ ਕੁੱਲ ਦੇ ਸਾਹਿਬਜ਼ਾਦੇ, ਸੋਢੀ ਕੁੱਲ ਦੇ ਸਾਹਿਬਜ਼ਾਦੇ, ਇਹਨਾਂ ਚੌਹਾਂ ਕੁੱਲਾਂ ਦੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਵਿੱਚ ਲਾਇਆ ਕਿ ਅੰਮ੍ਰਿਤ ਛਕਾ ਕੇ ਸਿੰਘ ਬਣਾਓ। ਉਸ ਵਕਤ ਬਾਬਾ ਸਾਹਿਬ ਸਿੰਘ ਜੀ ਨੇ ਬੜੀ ਸੇਵਾ ਕੀਤੀ ਤੇ ਅੰਮ੍ਰਿਤ ਛਕਾਇਆ। ਸੋ ਅੰਮ੍ਰਿਤ ਦੀ ਕਿਰਪਾ ਕਰਕੇ ਦੁਬਾਰਾ ਬੇਦੀਆਂ ਦੀ ਜੜ ਹਰੀ ਹੋ ਗਈ। ਇਸ ਪ੍ਰਕਾਰ ਭਾਈ ਭਗਤੂ ਦੇ ਪੋਤਰੇ ਤੇ ਭਾਈ ਗੌਰੇ ਦੇ ਪੁੱਤਰ ਦਿਆਲਦਾਸ ਨੇ ਅੰਮ੍ਰਿਤ ਨਹੀਂ ਸੀ ਛਕਿਆ। ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਠਿੰਡੇ ਕਿਲੇ ਵਿੱਚੋਂ ਦਿਓ ਨੂੰ ਕੱਢਣ ਆ ਰਹੇ ਸਨ, ਰਸਤੇ ਵਿੱਚ ਭਾਈ ਕੇ ਚੱਕ ਦਿਆਲਦਾਸ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਰਹੇ ਹਨ। ਤਾਂ ਦਿਆਲਦਾਸ ਨੇ ਲੰਗਰ ਤਿਆਰ ਕੀਤਾ ਤੇ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਸੰਗਤਾਂ ਸਮੇਤ ਲੰਗਰ ਛਕਣਾ ਕਰੋ। ਮਹਾਰਾਜ ਜੀ ਨੇ ਕਿਹਾ, ਜੇ ਅੰਮ੍ਰਿਤ ਛਕੋਗੇ ਤਾਂ ਲੰਗਰ ਛਕਾਂਗੇ। ਉਸਨੇ ਅੰਮ੍ਰਿਤ ਨਾ ਛਕਿਆ ਤੇ ਸਤਿਗੁਰਾਂ ਨੇ ਲੰਗਰ ਨਾ ਛਕਿਆ ਤੇ ਅੱਗੇ ਚਾਲੇ ਪਾ ਦਿੱਤੇ। ਉਸ ਵਕਤ ਦਿਆਲਦਾਸ ਬਹੁਤ ਉਦਾਸ ਹੋਇਆ ਤੇ ਭਾਈ ਰਾਮ ਸਿੰਘ ਜੀ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ, ਉਸਨੇ ਕਿਹਾ, ਗੱਡਿਆਂ ਤੇ ਲੱਦ ਕੇ ਲੈ ਚੱਲੋ, ਕਦੇ ਤਾਂ ਬਖਸ਼ਣਗੇ। ਇਸ ਲਈ ਉਹ ਨਾਲ ਹੀ ਟੁਰ ਪਏ। ਜਦੋਂ ਉਸਦੇ ਪਿੰਡ ਆਏ, ਉੱਥੇ ਘੋੜੇ ਨੂੰ ਤ੍ਰੇਹ ਲੱਗੀ, ਪਾਣੀ ਪੀਣ ਵਾਸਤੇ ਲਲਚਾਇਆ। ਸਤਿਗੁਰੂ ਸਾਹਿਬ ਜੀ ਨੇ ਡਿੱਗੀ ਤੇ ਕੀਤਾ, ਪਰ ਘੋੜੇ ਨੇ ਪਾਣੀ ਨਾ ਪੀਤਾ, ਕਿਉਂਕਿ ਦਿਆਲਦਾਸ ਦੇ ਅੰਮ੍ਰਿਤ ਨਾ ਛਕਣ ਕਰਕੇ ਇਸ ਪਾਣੀ ਵਿੱਚ ਵੀ ਨਿਗੋਰੇ ਪੁਣੇ ਦੀ ਬਦਬੂ ਆ ਰਹੀ ਸੀ। ਫਿਰ ਸਤਿਗੁਰੂ ਸਾਹਿਬ ਜੀ ਬਠਿੰਡੇ ਗਏ, ਉੱਥੇ ਵੀ ਪ੍ਰਵਾਨ ਨਾ ਕੀਤਾ। ਫਿਰ ਸ੍ਰੀ ਦਮਦਮੇ ਸਾਹਿਬ ਪਹੁੰਚ ਗਏ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ, ਦਿਆਲਦਾਸ ਲੰਗਰ ਗੱਡਿਆਂ ਤੇ ਰੱਖ ਕੇ ਲੈ ਗਿਆ, ਬੇਨਤੀ ਕਰਨ ਤੇ ਨਾ ਛਕਿਆ। ਫਿਰ ਦਿਆਲਦਾਸ ਨੇ ਸ੍ਰੀ ਦਮਦਮੇ ਸਾਹਿਬ ਬੇਨਤੀ ਕਰਕੇ ਅੰਮ੍ਰਿਤ ਛਕਿਆ। ਤਾਂ ਸਤਿਗੁਰਾਂ ਨੇ ਕਿਹਾ ਕਿ ਲਿਆ ਲੰਗਰ। ਉਹ ਲੰਗਰ ਕਈ ਦਿਨਾਂ ਦਾ ਤਿਆਰ ਹੋਣ ਕਰਕੇ ਉਸ ਵਿੱਚ ਕੀੜੇ ਪੈ ਚੁੱਕੇ ਸਨ। ਸਤਿਗੁਰਾਂ ਨੇ ਪਹਿਲਾਂ ਲਿਆ ਤਾਂ ਕਈ ਦਿਨਾਂ ਦਾ ਬੇਹਾ ਕੜਾਹ ਪ੍ਰਸ਼ਾਦ ਸੱਜਰਾ ਬਣ ਗਿਆ। ਇਸ ਤਰ੍ਹਾਂ ਲੱਗੇ
ਕਿ ਹੁਣੇ ਹੀ ਬਣਾ ਕੇ ਗਰਮ-ਗਰਮ ਰੱਖਿਆ ਹੈ। ਅੰਮ੍ਰਿਤ ਛਕਾ ਕੇ ਉਸ ਨੂੰ ਨਿਹਾਲ ਕੀਤਾ ਤੇ ਦਿਆਲਪੁਰਾ ਨਗਰ ਉਸ ਦੇ ਨਾਮ ਤੇ ਬਣਿਆ। ਇਹ ਦਿਆਲਦਾਸ ਬਾਬਾ ਭਗਤੂ ਦੇ ਪੋਤਰੇ ਸਨ, ਜਿਨ੍ਹਾਂ ਦਾ ਅਵਤਾਰ ਚੌਥੇ ਪਾਤਸ਼ਾਹ ਜੀ ਦੇ ਵਰ ਨਾਲ ਭਗਤੀ ਦੀ ਅੰਸ਼ ਵਿੱਚੋਂ ਹੋਇਆ ਸੀ। ਉਹਨਾਂ ਦੇ ਪਾਸੋਂ ਵੀ ਲੰਗਰ ਨਹੀਂ ਛਕਿਆ ਜਿੰਨਾ ਚਿਰ ਉਸਨੇ ਅੰਮ੍ਰਿਤ ਨਹੀਂ ਛਕਿਆ। ਇਸ ਪ੍ਰਕਾਰ ਭਾਈ ਡੱਲ ਸਿੰਘ ਬੜੀ ਸੇਵਾ ਕਰਦਾ ਰਿਹਾ, ਨੌਕਰ ਹਟਾ ਕੇ ਪਹਿਰਾ ਦਿੰਦਾ ਸੀ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਕਿਹਾ ਕਿ ਕੋਈ ਵਰ ਮੰਗ ਲੈ। ਤਾਂ ਡੱਲ ਸਿੰਘ ਨੇ ਕਿਹਾ, ਮਹਾਰਾਜ ਜੀ, ਆਪ ਜੀ ਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ। ਸਤਿਗੁਰਾਂ ਨੇ ਕਿਹਾ, ਇਹ ਤਾਂ ਹੋ ਨਹੀਂ ਸਕਦਾ, ਹੋਰ ਸਭ ਕੁਝ ਮਿਲ ਸਕਦਾ ਹੈ। ਜੇ ਚਾਹੋ ਤਾਂ ਇਸ ਲੋਕ ਦਾ ਰਾਜ ਦੇ ਸਕਦੇ ਹਾਂ, ਸਵਰਗ ਦਾ ਰਾਜ ਦੇ ਸਕਦੇ ਹਾਂ, ਸਾਰੇ ਸੁੱਖ ਦੇ ਸਕਦੇ ਹਾਂ, ਪਰ ਚਰਨਾਂ ਵਿੱਚ ਨਿਵਾਸ ਨਹੀਂ ਮਿਲ ਸਕਦਾ। ਜੇ ਸਾਰਾ ਪਰਿਵਾਰ ਅੰਮ੍ਰਿਤ ਛਕੋ ਤਾਂ ਚਰਨਾਂ ਵਿੱਚ ਵਾਸ ਮਿਲੇਗਾ। ਪੀੜੀ ਜਿੰਨਾ ਕੀ, ਭਾਵੇਂ ਜਿੰਨਾ ਚਾਹੋ ਥਾਂ ਪ੍ਰਾਪਤ ਕਰੋ। ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਛਕਿਆ। ਸਤਿਗੁਰਾਂ ਨੇ ਕਿਹਾ, ਹੁਣ ਤੁਹਾਨੂੰ ਚਰਨਾਂ ਵਿੱਚ ਨਿਵਾਸ ਮਿਲ ਜਾਏਗਾ। ਐਵੇਂ ਹੀ ਸੋਢੀ ਕੌਲ ਸਿੰਘ ਪ੍ਰਿਥੀਏ ਦੀ ਔਲਾਦ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ, ਅਸੀਂ ਗੁਰੂ ਘਰ ਵਿੱਚੋਂ ਵਿਛੜ ਚੁੱਕੇ ਹਾਂ, ਸਾਡਾ ਮਿਲਾਪ ਵੀ ਕਿਸ ਤਰ੍ਹਾਂ ਹੋ ਸਕਦਾ ਹੈ। ਸਤਿਗੁਰਾਂ ਨੇ ਕਿਹਾ, ਹਾਂ ਭਾਈ, ਅਸਾਂ ਨੇ ਵਿਛੜਿਆਂ ਨੂੰ ਮਿਲਣ ਵਾਸਤੇ ਅੰਮ੍ਰਿਤ ਤਿਆਰ ਕੀਤਾ ਹੈ। ਜੇ ਅੰਮ੍ਰਿਤ ਛਕੋਗੇ ਤਾਂ ਮਿਲ ਜਾਓਗੇ। ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਨੇ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ। ਤਾਂ ਸਤਿਗੁਰਾਂ ਨੇ ਪਿਛਲੇ ਸ਼ਰਾਬ ਦੇ ਬਚਨ ਮੇਟ ਕੇ ਮੇਲ ਲਏ। ਇਸੇ ਪ੍ਰਕਾਰ ਭਾਈ ਦਾਨਾ ਜੀ ਮਾਲਵੇ ਦਾ ਰਹਿਣ ਵਾਲਾ ਸੀ, ਕੇਸ ਮਨਾਉਂਦਾ ਸੀ ਤੇ ਤਮਾਕੂ ਪੀਂਦਾ ਸੀ। ਉਹ ਦੀਨੇ ਨਗਰ ਸ਼ਰਨ ਵਿੱਚ ਆਇਆ। ਸਤਿਗੁਰਾਂ ਨੇ ਕਿਹਾ, ਤਮਾਕੂ ਛੱਡ ਦੇ। ਸਤਿਗੁਰਾਂ ਨੂੰ ਕਹਿੰਦਾ, ਜੀ ਜੇ ਤਮਾਕੂ ਨਾ ਪੀਵਾਂ ਤਾਂ ਆਫਰ ਜਾਂਦਾ ਹਾਂ। ਸਤਿਗੁਰਾਂ ਨੇ ਕਿਹਾ, ਨਹੀਂ ਆਫਰੇਗਾ। ਸੋ 10ਵੇਂ ਪਾਤਸ਼ਾਹ ਜੀ ਨੇ ਉਸ ਤੋਂ ਤਮਾਕੂ ਛੁਡਾਇਆ। ਫਿਰ ਸਤਿਗੁਰਾਂ ਨੇ ਕਿਹਾ, ਕੇਸ ਰੱਖ ਲੈ। ਭਾਈ ਦਾਨੇ ਨੇ ਕਿਹਾ, ਇਸ ਦੀ ਕੀ ਲੋੜ ਹੈ। ਸਤਿਗੁਰਾਂ ਨੇ ਕਿਹਾ, ਜੇ ਕਿਸੇ ਕਾਰਨ ਸਿੱਖ ਨਰਕਾਂ ਵਿੱਚ ਪੈ ਜਾਏ ਤਾਂ ਕੇਸਾਂ ਦੀ ਨਿਸ਼ਾਨੀ ਵੇਖ ਕੇ ਅਸੀਂ ਕੱਢ ਲੈਂਦੇ ਹਾਂ। ਭਾਈ ਦਾਨੇ ਨੇ ਕਿਹਾ ਕਿ ਮੇਰੀ ਦਾੜੀ ਵੇਖ ਕੇ ਕੱਢ ਲੈਣਾ। ਆਪ ਜੀ ਨੇ ਬਾਣੀ ਵਿੱਚ ਲਿਖਿਆ ਹੈ, हाड़ जले जैसे लकड़ी का तूला, केस जले जैसे घास का पूला। ਤਾਂ ਪਰਲੋਕ ਵਿੱਚ ਕੇਸਾਂ ਦੀ ਨਿਸ਼ਾਨੀ ਕਿਵੇਂ ਰਹੇਗੀ ਜਦੋਂ ਇੱਥੇ ਹੀ ਜਲ ਗਏ। ਸਤਿਗੁਰਾਂ ਨੇ ਕਿਹਾ, ਦਿਖਾ ਦਈਏ। ਤਾਂ ਭਾਈ ਦਾਨੇ ਨੇ ਕਿਹਾ, ਦਿਖਾ ਦਿਓ। ਤਾਂ ਸਤਿਗੁਰਾਂ ਨੇ ਅੱਖਾਂ ਬੰਦ ਕਰਾ ਕੇ ਭਾਈ ਦਾਨੇ ਨੂੰ ਪਰਲੋਕ ਦੀ ਹਾਲਤ ਦਿਖਾਈ। ਤਾਂ ਉਸਨੇ ਕੀ ਦੇਖਿਆ ਕਿ ਬਿਨਾਂ ਕੇਸਾਂ ਸਿਰ ਕੁੱਟੀਆਂ ਚਿੰਘਾਰਾ ਕੌਣ ਛੁਡਾਏ ਹੈ, ਕਿ ਕੇਸਾਂ ਤੋਂ ਬਿਨਾਂ ਸਿਰ ਕੁੱਟੇ ਜਾਂਦੇ ਹਨ। ਇਸ ਤਰ੍ਹਾਂ ਪਰਲੋਕ ਦੀ ਹਾਲਤ ਦੇਖ ਕੇ ਭਾਈ ਦਾਨਾ ਜੀ ਨੇ ਰੋ ਕੇ ਕਿਹਾ, ਮਹਾਰਾਜ ਜੀ ਮੈਂ ਕੇਸ ਰੱਖਾਂਗਾ। ਸੋ ਉਸਨੇ ਕੇਸ ਰੱਖ ਲਏ। ਸਤਿਗੁਰਾਂ ਨੇ ਕਿਹਾ ਕਿ ਕਾਢੀ ਨਰਕ ਤੇ ਤੂੰ, ਨਰਕਾਂ ਵਿੱਚੋਂ ਤੈਨੂੰ ਕੱਢ ਲਵਾਂਗੇ। ਫਿਰ ਸਤਿਗੁਰਾਂ ਨੇ ਭਾਈ ਦਾਨ ਸਿੰਘ ਵਾਲੇ ਗੁਰਦੁਆਰੇ ਵਾਲੀ ਥਾਂ ਤੇ ਅੰਮ੍ਰਿਤ ਛਕਾਇਆ ਤੇ ਸਤਿਗੁਰਾਂ ਨੇ ਕਿਹਾ ਕਿ ਰਹਿਤ ਰੱਖਣੀ ਹੈ। ਭਾਈ ਦਾਨ ਸਿੰਘ ਕਹਿਣ ਲੱਗਾ, ਜੀ ਅਜੇ ਵੀ ਲੋੜ ਹੈ ਰਹਿਤ ਰੱਖਣ ਦੀ। ਆਪ ਜੀ ਨੇ ਸਭ ਕਿਰਪਾ ਕਰ ਤਾਂ ਦਿੱਤੀ ਹੈ। ਮਹਾਰਾਜ ਜੀ ਨੇ ਕਿਹਾ, ਅਸੀਂ ਕਰਾਮਾਤ ਦੇ ਸਮੁੰਦਰ ਨੂੰ ਧਾਰ ਕੇ ਵੀ ਜਰੀ ਬੈਠੇ ਹਾਂ ਤੇ ਕਿਰਪਾਨ ਅੱਠੇ ਪਹਿਰ ਗਾਤਰੇ ਰੱਖਦੇ ਹਾਂ, ਕਸ਼ਹਿਰਾ ਆਦਿ ਪੰਜੇ ਕਕਾਰ ਰੱਖਦੇ ਹਾਂ। ਮਹਾਰਾਜ ਜੀ ਦੇ ਬਚਨ ਸੁਣ ਕੇ ਉਸਨੇ ਵੀ ਰਹਿਤ ਰੱਖ ਲਈ। ਇਹ ਪ੍ਰਸੰਗ ਪੁਸਤਕ ਦਾਨ ਸਿੰਘ ਨਿਸਤਾਰੇ ਵਿੱਚ ਭਾਈ ਰਣਧੀਰ ਸਿੰਘ ਜੀ ਨੇ ਲਿਖਿਆ ਹੈ। ਅੰਮ੍ਰਿਤ ਦੀ ਪੂਰੀ ਮਹੱਤਤਾ ਤਾਂ ਕੋਈ ਕਹਿ ਨਹੀਂ ਸਕਦਾ, ਪਰ ਅੰਮ੍ਰਿਤ ਛਕਣ ਕਰਕੇ ਪਿਛਲੇ ਜਨਮਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ। ਸਤਿਗੁਰੂ ਸਾਹਿਬ ਜੀ ਬਖਸ਼ ਦਿੰਦੇ ਹਨ। ਸਤਿਗੁਰਾਂ ਦਾ ਹੁਕਮ ਹੈ, ਇੱਕ ਵਾਰ ਵੀ ਜਿਸ ਦੇ ਮੁਖ ਅੰਮ੍ਰਿਤ ਪੈ ਗਿਆ, ਫਿਰ ਭਾਵੇਂ ਗਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ, ਪਰ 10,000 ਵਰੇ ਤੱਕ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ। ਵਾਰ-ਵਾਰ ਸਿੱਖਾਂ ਦੇ ਘਰ ਜਨਮ ਦਿਆਂਗੇ। ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਏਗਾ। ਅੰਮ੍ਰਿਤ ਛਕਣ ਕਰਕੇ, ਰਹਿਤ ਵਿੱਚ ਰਹਿਣ ਕਰਕੇ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮੌਤ ਅਵਤਾਰਾਂ, ਪੈਗੰਬਰਾਂ, ਜੋਗੀਆਂ ਤੇ ਬੜੇ-ਬੜੇ ਸੂਰਮਿਆਂ ਨੂੰ ਨਾਸ ਕਰ ਜਾਂਦੀ ਹੈ, ਰਾਵਣ ਤੇ ਹਰਨਾਕਸ਼ ਵਰਗੇ
ਵਰ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਮਾਰ ਜਾਂਦੀ ਹੈ। ਅੰਮ੍ਰਿਤ ਛਕਣ ਕਰਕੇ ਉਸ ਮੌਤ ਦਾ ਡਰ ਹੀ ਖਤਮ ਹੋ ਜਾਂਦਾ ਹੈ। ਜਿਵੇਂ ਮੌਤ ਤੋਂ ਡਰਦਾ ਵਹਿਮੀ ਫਕੀਰ ਕਬਰ ਵਿੱਚ ਜਿਉਂਦਾ ਹੀ ਪਿਆ ਸੀ, ਸਤਿਗੁਰਾਂ ਨੇ ਕੱਢ ਕੇ ਅੰਮ੍ਰਿਤ ਛਕਾਇਆ, ਉਸ ਦਾ ਨਾਮ ਅਜਮੇਰ ਸਿੰਘ ਰੱਖਿਆ ਤੇ ਪੁੱਛਿਆ, ਹੁਣ ਤੈਨੂੰ ਮੌਤ ਤੋਂ ਡਰ ਲੱਗਦਾ ਹੈ ਕਿ ਨਹੀਂ? ਸਤਿਗੁਰਾਂ ਦੇ ਬਚਨ ਸੁਣ ਕੇ ਕਹਿੰਦਾ, ਹੁਣ ਤਾਂ ਮੈਂ ਮੌਤ ਨੂੰ ਵੀ ਮਾਰ ਸਕਦਾ ਹਾਂ। ਅੰਮ੍ਰਿਤ ਦੀ ਸ਼ਕਤੀ ਕਰਕੇ ਚਿੜੀਆਂ ਨੇ ਬਾਜ ਨੂੰ ਵੀ ਮਾਰ ਦਿੱਤਾ ਸੀ। ਅੰਮ੍ਰਿਤ ਦੀ ਸ਼ਕਤੀ ਕਰਕੇ ਹੀ ਬਿਨਾਂ ਸੀਸ ਤੋਂ ਜ਼ਾਲਮਾਂ ਨੂੰ ਨਾਸ਼ ਕੀਤਾ ਤੇ ਜੰਗ ਕੀਤੇ। ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦਗੰਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਹੈ, ਬਾਬਾ ਧਰਮ ਸਿੰਘ ਜੀ, ਬਾਬਾ ਸਾਊ ਸਿੰਘ ਜੀ, ਜਿਹੜੇ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਨਾਲ ਸਨ, ਬਾਬਾ ਪ੍ਰਹਿਲਾਦ ਸਿੰਘ ਜੀ, ਜਿਨ੍ਹਾਂ ਨੇ ਰਹਿਤਨਾਮਾ ਲਿਖਿਆ ਹੈ, ਬਾਬਾ ਰਾਮ ਸਿੰਘ ਜੀ ਬੇਦੀ ਆਦਿ ਅਨੇਕਾਂ ਸਿੰਘ ਹੋਏ ਹਨ ਤੇ ਭਾਈ ਤਾਰੂ ਸਿੰਘ ਜੈਸੇ ਖੋਪਰੀ ਲੁਹਾ ਕੇ ਵੀ ਸਮਾਧੀ ਵਿੱਚ ਬੈਠੇ ਰਹੇ ਅਤੇ ਅੰਮ੍ਰਿਤ ਦੀ ਦਾਤ ਕਰਕੇ ਜਰਵਾਣਿਆਂ ਨੂੰ ਨਾਸ ਕੀਤਾ। ਆਕੀ ਥਾਂ ਸਰ ਕੀਤੇ। ਅੰਮ੍ਰਿਤਧਾਰੀ ਸਿੰਘ ਦੀ ਪਦਵੀ ਬ੍ਰਹਮਾ ਵਿਸ਼ਨੂੰ ਆਦਿ ਦੇਵਤਿਆਂ ਤੋਂ ਉੱਚੀ ਹੈ। ਇਸ ਅੰਮ੍ਰਿਤ ਨੂੰ ਦੇਵਤੇ ਲੱਭਦੇ ਫਿਰਦੇ ਹਨ। ਸਤਿਗੁਰਾਂ ਦਾ ਫਰਮਾਨ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।